ਸਟੱਡੀ ਪਲੱਸ 9 YouTube ਚੈਨਲ ਤੇ ਸਵਾਗਤ ਹੈ ਤੁਹਾਡਾ। ਦੋਸਤੋ, ਪੰਜਾਬ ਪੁਲਿਸ ਵਿੱਚ ਕਾਂਸਟੇਬਲ ਰੈਂਕ ਦੀ ਭਰਤੀ ਲਈ ਅਫੀਸ਼ੀਅਲ ਨੋਟੀਫਿਕੇਸ਼ਨ ਆਖਰਕਾਰ ਮਿਤੀ 16 ਜੁਲਾਈ 2021 ਨੂੰ ਜਾਰੀ ਕਰ ਦਿੱਤਾ ਗਿਆ ਆ, ਜਿਹਦੇ ਬਾਰੇ ਆਪਾਂ ਦੱਸ ਦਿੰਦੇ ਹਾਂ ਤੁਹਾਨੂੰ ਕਿ ਜਿਸ ਵਿੱਚ ਭਰਤੀ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਆ। ਦੋਸਤੋ, ਸਭ ਤੋਂ ਪਹਿਲਾਂ ਇਸ ਦੇ ਵਿੱਚ ਜ਼ਿਲ੍ਹਾ ਪੁਲਿਸ ਦੇ ਵਿੱਚ 2015 ਵੈਕੈਂਸੀਆਂ ਅਤੇ ਆਰਮਡ ਪੁਲਿਸ ਕੇਡਰ PAP ਵਿੱਚ 2343 ਵੈਕੈਂਸੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੋਸਤੋ, ਭਰਤੀ ਸੰਬੰਧੀ ਜੋ ਪੋਰਟਲ ਹੈ ਉਹ ਤੁਹਾਨੂੰ ਪੰਜਾਬ ਪੁਲਿਸ ਦੀ ਜੋ ਅਫੀਸ਼ੀਅਲ ਵੈਬਸਾਈਟ www.punjabpolice.gov.in ਦੇ ਉੱਤੇ ਮਿਲ ਜਾਏਗੀ। ਦੋਸਤੋ, ਜਦੋਂ ਤੁਸੀਂ ਇਸ ਵੈਬਸਾਈਟ ਨੂੰ ਓਪਨ ਕਰੋਗੇ ਤਾਂ ਲੈਫਟ ਹੈਂਡ 'ਤੇ ਰਿਕਰੂਟਮੈਂਟ ਦਾ ਇੱਕ ਟੈਬ ਹੋਏਗਾ। ਉਸ ਉੱਪਰ ਕਲਿੱਕ ਕਰਨ ਦੇ ਨਾਲ ਤੁਹਾਨੂੰ ਪੋਰਟਲ ਤੱਕ ਪਹੁੰਚਣ ਵਿੱਚ ਸਹਾਇਤਾ ਮਿਲੇਗੀ। ਇੱਕ ਲਿੰਕ ਓਪਨ ਹੋ ਜਾਏਗਾ ਜਿਸ ਦੇ ਵਿੱਚ ਦੋ ਆਪਸ਼ਨਸ ਹੋਣਗੀਆਂ, ਔਨਲਾਈਨ ਐਪਲੀਕੇਸ਼ਨ ਫਾਰਮਸ ਫॉर ਕਾਂਸਟੇਬਲ ਐਂਡ ਫॉर ਸਬ ਇੰਸਪੈਕਟਰ। ਤੇ ਦੋਸਤੋ, ਦੋਨਾਂ ਵਾਸਤੇ ਸੇਮ ਹੀ ਪੋਰਟਲ ਰੱਖਿਆ ਗਿਆ ਆ। ਤੇ ਦੋਸਤੋ, ਗੱਲ ਕਰਦੇ ਹਾਂ ਨੋਟਿਸ ਦੇ ਬਾਰੇ। ਦੋਸਤੋ, ਜੋ ਸਾਰੀ ਭਰਤੀ ਪ੍ਰਕਿਰਿਆ ਆ, ਇਸ ਸੰਬੰਧੀ ਇਸ ਨੋਟਿਸ ਦੇ ਵਿੱਚ ਸਾਰੀ ਜਾਣਕਾਰੀ ਦੇ ਦਿੱਤੀ ਗਈ ਆ। ਸਭ ਤੋਂ ਪਹਿਲਾਂ ਜੋ ਇਹਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਹੋਏਗੀ ਉਹ ਇੱਕ ਕਾਮਨ ਐਪਲੀਕੇਸ਼ਨ ਫਾਰਮ, ਜਿਹਨੂੰ ਕਿ ਆਪਾਂ ਔਨਲਾਈਨ ਐਪਲੀਕੇਸ਼ਨ ਫਾਰਮ ਕਹਿ ਸਕਦੇ ਹਾਂ, ਉਹਦੇ ਤੋਂ ਸਟਾਰਟ ਹੋਏਗੀ। ਉਸ ਤੋਂ ਬਾਅਦ ਇੱਕ OMR ਬੇਸਡ MCQ ਟਾਈਪ ਰਿਟਨ ਟੈਸਟ ਹੋਏਗਾ ਜੀ। ਇਹ ਦੇਖੋ ਸਾਫ਼-ਸਾਫ਼ ਲਿਖਿਆ ਹੋਇਆ ਇੱਥੇ ਵੀ ਇੱਕ ਰਿਟਨ ਟੈਸਟ ਹੋਏਗਾ। ਰਿਟਨ ਟੈਸਟ ਤੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ। ਆਫਟਰ ਦੈਟ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ। ਜੋ ਵੀ ਇਹਨਾਂ ਪੈਰਾਮੀਟਰਸ ਨੂੰ ਪੂਰਾ ਕਰੇਗਾ, ਫਿਰ ਆਫਟਰ ਦੈਟ ਉਹ ਫਾਈਨਲ ਮੈਰਿਟ ਵਿੱਚ ਜਾਏਗਾ ਅਤੇ ਸਿਲੈਕਸ਼ਨ ਪ੍ਰੋਸੀਜਰ ਸ਼ੁਰੂ ਹੋਵੇਗਾ। ਦੋਸਤੋ, ਜਦੋਂ ਆਪਾਂ ਫਾਰਮ ਫਿਲ ਕਰਨਾ ਆ ਤਾਂ ਤੁਹਾਨੂੰ ਆਪਣੀ ਪਸੰਦੀਦਾ ਕੇਡਰ ਜੋ ਹੈ ਉਹ ਜ਼ਰੂਰ ਦੱਸਣਾ ਪਵੇਗਾ। ਤੁਹਾਨੂੰ ਪ੍ਰੈਫਰੈਂਸ ਦੇਣੀ ਪਵੇਗੀ ਤੁਸੀਂ ਕਿਸ ਕੇਡਰ ਲਈ ਅਪਲਾਈ ਕਰ ਰਹੇ ਹੋ ਅਤੇ ਤੁਹਾਡੀ ਐਲੀਜੀਬਿਲਟੀ ਉਸ ਕੇਡਰ ਦੇ ਵਿੱਚ ਪੂਰੀ ਹੈ। ਅਤੇ ਅੱਗੇ ਗੱਲ ਕਰਦੇ ਹਾਂ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੋਸਟਿੰਗ ਅਤੇ ਡਿਪਲੋਇਮੈਂਟ ਕਿਤੇ ਵੀ ਕੀਤੀ ਜਾ ਸਕਦੀ ਆ ਭਾਰਤ ਦੇ ਵਿੱਚ। ਠੀਕ ਹੈ ਜੀ, ਕੋਈ ਵੀ ਡਿਨਾਈ ਨਹੀਂ ਕਰ ਸਕਦਾ। ਪੰਜਾਬ, ਇੰਡੀਆ ਜਾਂ ਅਬਰੋਡ ਵਿੱਚ ਕਿਤੇ ਵੀ ਪੋਸਟਿੰਗ ਕੀਤੀ ਜਾ ਸਕਦੀ ਆ। ਜੋ ਡਿਸਟ੍ਰਿਕਟਸ ਹੋਣਗੇ ਉਹਨਾਂ ਦੀਆਂ ਜੋ ਰੇਂਜ ਹੋਣਗੀਆਂ, ਡਿਸਟ੍ਰਿਕਟ ਐਲੋਕੇਸ਼ਨਸ ਹੋਣਗੀਆਂ, ਉਹ ਗੌਰਮੈਂਟ ਦੇ ਜੋ ਰੂਲਸ ਜਾਂ ਗਾਈਡਲਾਈਨਸ ਹੋਣਗੀਆਂ ਉਹਦੇ ਅਕੋਰਡਿੰਗਲੀ ਹੋਏਗਾ। ਟਰਨਓਵਰ ਪਾਲਿਸੀ ਵੀ ਉਸ ਅਕੋਰਡਿੰਗਲੀ ਹੋਏਗੀ ਕਿ ਤੁਸੀਂ ਕਿਸੇ ਡਿਸਟ੍ਰਿਕਟ ਦੇ ਵਿੱਚ ਕਿੰਨੀ ਦੇਰ ਵਾਸਤੇ ਰਹਿਣਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੈਕੈਂਸੀਜ਼ ਬਾਰੇ। ਦੱਸਿਆ ਗਿਆ ਹੈ ਕਿ ਕਿੰਨੀ ਕੈਟੇਗਰੀ ਵਾਸਤੇ ਕਿੰਨੀਆਂ ਵੈਕੈਂਸੀਆਂ ਹਨ। ਅਤੇ ਦੋਸਤੋ, ਸਭ ਤੋਂ ਮੇਨ ਗੱਲ ਇੱਥੇ ਇਹ ਹੈ ਕਿ ਜੋ ਵੂਮਨਸ ਨੇ, ਲੇਡੀਜ਼ ਜਾਂ ਲੜਕੀਆਂ ਨੇ, ਜੇ ਉਹਨਾਂ ਨੇ ਅਪਲਾਈ ਕਰਨਾ ਹੈ ਤਾਂ ਉਹਨਾਂ ਵਾਸਤੇ 33%, ਜੋ ਕੈਪਟਨ ਸਰਕਾਰ ਨੇ ਕਿਹਾ ਸੀ, ਲੇਡੀਜ਼ ਵਾਸਤੇ 33% ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਸੋ ਇਹਨਾਂ ਸੀਟਾਂ ਦੇ ਵਿੱਚ ਹੀ ਉਹ ਸੀਟਾਂ ਬਾਰੇ ਦੱਸਿਆ ਗਿਆ ਹੈ। ਜੇਕਰ ਕੋਈ ਸਪੋਰਟਸਮੈਨ ਕੇਡਰ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਹਨਾਂ ਦੇ ਲਈ ਨੋਟੀਫਿਕੇਸ਼ਨ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ। ਸੋ ਅੱਗੇ ਗੱਲ ਕਰਦੇ ਹਾਂ ਐਕਸ ਸਰਵਿਸਮੈਨ ਵਾਸਤੇ ਵੀ ਦੱਸਿਆ ਗਿਆ ਹੈ ਕਿ ਕਿੰਨੀਆਂ ਪੋਸਟਾਂ ਹਨ। ਠੀਕ ਹੈ ਜੀ, ਇਹ ਪੋਸਟਾਂ ਫਿਰ ਵੀ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਵਧਾਈਆਂ ਜਾਂ ਘਟਾਈਆਂ ਜਾ ਸਕਦੀਆਂ ਹਨ। ਸ਼ਡਿਊਲ ਕਾਸਟ ਵਾਸਤੇ, ਬੈਕਵਰਡ ਕਲਾਸ ਵਾਸਤੇ ਜੋ ਰਿਜ਼ਰਵੇਸ਼ਨ ਹੈ ਉਹ ਗਵਰਨਮੈਂਟ ਦੀਆਂ ਜੋ ਪਾਲਿਸੀਜ਼ ਹੋਣਗੀਆਂ ਉਹਦੇ ਅਕੋਰਡਿੰਗਲੀ ਦਿੱਤੀ ਜਾਏਗੀ। ਐਕਸ ਸਰਵਿਸਮੈਨ ਵਾਸਤੇ ਵੀ ਇਸੇ ਤਰ੍ਹਾਂ ਹੀ ਹੋਵੇਗਾ। ਹਾਂ, ਇੱਕ ਗੱਲ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਵਿਅਕਤੀ ਸੈਂਟਰਲ ਆਰਮਡ ਪੁਲਿਸ ਫੋਰਸਿਸ ਜਿਵੇਂ BSF, CRPF, ITBP, CISF ਵਿੱਚੋਂ ਆਉਂਦਾ ਹੈ ਤਾਂ ਉਹਨਾਂ ਨੂੰ ਐਕਸ ਸਰਵਿਸਮੈਨ ਦੀ ਕੈਟੇਗਰੀ ਵਿੱਚ ਨਹੀਂ ਰੱਖਿਆ ਜਾਵੇਗਾ। ਸੋ ਮੇਰੇ ਵੀਰ ਜੋ ਆਰਮੀ ਵਿੱਚੋਂ ਆਉਣਗੇ ਸਿੱਧੇ ਉਹ ਹੀ ਅਪਲਾਈ ਕਰ ਸਕਦੇ ਆ। ਠੀਕ ਹੈ ਜੀ, ਆ ਦੇਖੋ ਇੱਥੇ ਲਿਖਿਆ ਆ ਦੀ ਰਿਜ਼ਰਵੇਸ਼ਨ ਫॉर ਵੂਮਨ ਸ਼ੈਲ ਬੀ ਇੰਪਲੀਮੈਂਟਡ ਇਨ ਅਕੋਰਡੈਂਸ ਵਿਦ ਦੀ ਇੰਸਟਰਕਸ਼ਨਸ ਆਫ ਪੰਜਾਬ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ, ਵੂਮਨ ਐਂਡ ਚਾਈਲਡ ਡਿਵੈਲਪਮੈਂਟ। ਇਸ ਦੇ ਅਕੋਰਡਿੰਗਲੀ ਜੋ ਰੈਜ਼ੋਲੂਸ਼ਨ ਦਿੱਤੀ ਗਈ ਆ ਲੇਡੀਜ਼ ਨੂੰ ਉਹ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੇ ਸਕੇਲ ਵਾਸਤੇ। ਅਤੇ ਦੋਸਤੋ, 19,900 ਮਿਨੀਮਮ ਪੇ ਹੋਏਗੀ ਜੋ ਦਿੱਤੀ ਜਾਏਗੀ ਤੁਹਾਨੂੰ। 7th ਪੇ ਕਮਿਸ਼ਨ ਦਾ ਲੈਵਲ 2 ਹੈ ਇਹ। ਸੋ ਪਹਿਲਾਂ ਤਾਂ ਜਦੋਂ ਆਪਾਂ ਗੱਲ ਕਰੀਏ ਤਾਂ ਇੱਕ ਬੇਸਿਕ ਪੇ ਮਿਲਦੀ ਹੁੰਦੀ ਸੀ ਜੋ ਕਰੀਬ 9,000 ਦੇ ਕਰੀਬ ਹੁੰਦੀ ਸੀ। 9 ਤੋਂ 10,000 ਦੇ ਆਫਟਰ 3 ਈਅਰਸ ਤੁਹਾਨੂੰ ਸਾਰੇ ਭੱਤੇ ਦਿੱਤੇ ਜਾਂਦੇ ਸੀ। ਹੁਣ ਤੁਹਾਨੂੰ ਘੱਟੋ ਘੱਟ
3 ਸਾਲ ਦੇ ਲਈ 19,900 ਰੁਪਇਆ ਸੈਲਰੀ ਦਿੱਤੀ ਜਾਏਗੀ, ਜੋ ਕਿ ਫਿਕਸਡ ਹੋਏਗੀ। ਉਸ ਤੋਂ ਬਾਅਦ ਹੀ ਵਧੇਗੀ ਜੋ ਸੈਲਰੀ ਵਧਣੀ ਹੈ, ਜੋ ਅਲਾਉਂਸਸ ਵਗੈਰਾ ਮਿਕਸ ਹੁੰਦੇ ਆ। ਸੋ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਜੋ ਆਪਾਂ ਆਰਮਡ ਪੁਲਿਸ ਹੁੰਦੀਆਂ ਆ ਉਹਦੇ ਵਿੱਚ ਨੈਸ਼ਨੈਲਿਟੀ ਇੰਡੀਅਨ ਹੀ ਹੋਣੀ ਚਾਹੀਦੀ ਆ। 18 ਤੋਂ 28 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਆ। ਇਹਦੇ ਵਿੱਚ ਇੱਕ ਚੀਜ਼ ਇਹ ਦੇਖਣ ਵਾਲੀ ਆ ਕਿ 1 ਜਨਵਰੀ 2021 ਤੋਂ ਕਾਊਂਟ ਕੀਤਾ ਜਾਵੇਗਾ। ਜੇਕਰ ਕੋਈ ਬੰਦਾ ਹੁਣ 18 ਸਾਲ ਪੂਰਾ ਕਰ ਰਿਹਾ ਆ ਤਾਂ ਉਹ ਐਲੀਜੀਬਲ ਨਹੀਂ ਹੋਏਗਾ। ਜਿਹੜੇ ਵਿਅਕਤੀ 1 ਜਨਵਰੀ 2021 ਤੱਕ 18 ਸਾਲ ਦੇ ਸੀ ਉਹ ਇਸ ਦੇ ਲਈ ਭਰ ਸਕਦੇ ਹਨ, ਅਤੇ ਜਿਹੜੇ ਵਿਅਕਤੀਆਂ ਦੀ ਮੈਕਸੀਮਮ ਏਜ 1 ਜਨਵਰੀ 2021 ਨੂੰ 28 ਸਾਲ ਸੀ ਉਹ ਭਰ ਸਕਦੇ ਹਨ। ਠੀਕ ਹੈ ਜੀ। ਅਤੇ ਰਿਲੈਕਸੇਸ਼ਨ ਇਨ ਏਜ ਜੋ ਹੈ ਉਹ ਫਿਰ ਵੀ ਕੈਟੇਗਰੀ ਦੇ ਅਕੋਰਡਿੰਗਲੀ ਦਿੱਤਾ ਜਾਏਗਾ। ਜੋ SC/BCs ਨੇ ਉਹਨਾਂ ਨੂੰ 5 ਈਅਰਸ ਤੱਕ ਅੱਪਰ ਏਜ ਲਿਮਿਟ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਜਾਵੇਗੀ। ਜੇਕਰ ਵੱਧ ਤੋਂ ਵੱਧ ਉਮਰ 28 ਸਾਲ ਹੈ ਤਾਂ 28, 5, 33 ਸਾਲ ਦੀ ਉਮਰ ਤੱਕ ਉਹ ਭਰ ਸਕਦੇ ਨੇ। ਠੀਕ ਹੈ ਜੀ। ਐਕਸ ਸਰਵਿਸਮੈਨ ਜੋ ਹਨ ਉਹਨਾਂ ਵਾਸਤੇ ਵੀ ਏਜ ਦਾ ਜੋ ਹੈ ਦਿੱਤਾ ਗਿਆ ਹੈ। ਅਤੇ ਇੱਕ ਗੱਲ ਹੋਰ ਕਰਨਾ ਚਾਹੁੰਦੇ ਹਾਂ, ਜੋ ਵਿਅਕਤੀ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਰਿਹਾ ਹੈ ਬਟ ਆਲਰੇਡੀ ਪੰਜਾਬ ਗੌਰਮੈਂਟ ਦੇ ਕਿਸੇ ਹੋਰ ਡਿਪਾਰਟਮੈਂਟ ਵਿੱਚ ਜੋਬ ਕਰ ਰਿਹਾ ਜਾਂ ਸਟੇਟ ਜਾਂ ਸੈਂਟਰਲ ਦੇ, ਉਹਨਾਂ ਨੂੰ ਵੀ 5 ਸਾਲ ਤੱਕ ਦੀ ਰਿਲੈਕਸੇਸ਼ਨ ਦਿੱਤੀ ਜਾ ਸਕਦੀ ਆ। ਇਹ ਬਹੁਤ ਵਧੀਆ ਗੱਲ ਹੈ ਇਹ। ਉਸ ਤੋਂ ਬਾਅਦ ਵਿੱਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਘੱਟੋ ਘੱਟ +2 ਹੋਣਾ ਚਾਹੀਦਾ ਹੈ, ਅਤੇ ਇਹਦੇ ਵਿੱਚ ਇਹ ਆ ਵੀ 10th ਲੈਵਲ ਤੱਕ ਦੀ ਤੁਹਾਡੇ ਕੋਲ ਪੰਜਾਬੀ ਲੈਂਗੁਏਜ ਹੋਣੀ ਚਾਹੀਦੀ ਆ। ਆ ਦੇਖੋ ਇੱਥੇ ਮੈਂਡੇਟਰੀ ਕਰ ਦਿੱਤੀ ਗਈ ਹੈ। ਮੈਂਡੇਟਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੈਂਡੀਡੇਟ ਮਸਟ ਹੈਵ ਪਾਸਡ ਮੈਟਰੀਕੂਲੇਸ਼ਨ ਐਗਜ਼ਾਮੀਨੇਸ਼ਨ ਵਿਦ ਪੰਜਾਬੀ ਐਜ਼ ਵਨ ਆਫ ਦੀ ਕੰਪਲਸਰੀ ਔਰ ਇਲੈਕਟਿਵ ਸਬਜੈਕਟਸ। ਸੋ ਪੰਜਾਬੀ ਭਾਸ਼ਾ ਪੜ੍ਹੇ ਹੋਣਾ ਬਹੁਤ ਜ਼ਰੂਰੀ ਆ। ਸੋ ਫਿਜ਼ੀਕਲ ਸਟੈਂਡਰਡਸ ਦੀ ਗੱਲ ਕਰਦੇ ਹਾਂ ਤਾਂ ਜੇ ਮੇਲ ਭਰਤੀ ਹੋਣਗੇ ਤਾਂ ਲੜਕਿਆਂ ਵਾਸਤੇ 5 ਫੁੱਟ 7 ਇੰਚ ਅਤੇ ਲੜਕੀਆਂ ਵਾਸਤੇ 5 ਫੁੱਟ 2 ਇੰਚ ਹਾਈਟ ਹੋਣਾ ਜ਼ਰੂਰੀ ਆ। ਦੀ ਸਿਲੈਕਸ਼ਨ ਪ੍ਰੋਸੈਸ ਸ਼ੈਲ ਬੀ 2 ਸਟੇਜ ਪ੍ਰੋਸੈਸ ਕੰਸਿਸਟਿੰਗ ਆਫ ਫੋਲੋਇੰਗ ਟੈਸਟ। ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਦੱਸ ਦਿੰਦੇ ਆਪਾਂ ਕਿ ਓਬਜੈਕਟਿਵ ਟੈਸਟ ਹੋਏਗਾ ਜੋ OMR ਬੇਸਡ ਹੋਏਗਾ, ਆਫਲਾਈਨ ਹੋਏਗਾ ਮੋਸਟਲੀ ਇਹ ਟੈਸਟ। ਮੇਰੇ ਖਿਆਲ ਦੇ ਨਾਲ ਵੱਖ-ਵੱਖ ਸੈਂਟਰਸ ਬਣਾਏ ਜਾਣਗੇ ਤਾਂ ਜੋ ਰਸ਼ ਵੀ ਨਾ ਪਾਇਆ ਜਾ ਸਕੇ। ਅਤੇ ਉਸ ਤੋਂ ਬਾਅਦ ਡਾਕੂਮੈਂਟਸ ਦੀ ਸਕਰੂਟਨੀ ਹੋਏਗੀ, ਡਾਕੂਮੈਂਟਸ ਚੈੱਕ ਹੋਣਗੇ ਤੁਹਾਡੇ ਵੀ, ਤੁਹਾਡੇ ਸਾਰੇ ਡਾਕੂਮੈਂਟਸ ਚੈੱਕ ਠੀਕ ਹਨ, ਠੀਕ ਪਾਏ ਗਏ ਹਨ। ਆਫਟਰ ਦੈਟ ਤੁਹਾਡੀ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ। ਉਸ ਤੋਂ ਬਾਅਦ ਫਿਜ਼ੀਕਲ ਸਕਰੀਨਿੰਗ ਹੋਏਗੀ। ਬੋਥ ਫਿਜ਼ੀਕਲ ਮੈਜ਼ਰਮੈਂਟ ਟੈਸਟ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ ਸ਼ੈਲ ਬੀ ਕੁਆਲੀਫਾਈਂਗ ਇਨ ਨੇਚਰ। ਇਹਨਾਂ ਵਾਸਤੇ ਤੁਹਾਨੂੰ ਪਾਸ ਆਊਟ ਹੋਣਾ ਬਹੁਤ ਜ਼ਰੂਰੀ ਆ। ਰਿਟਨ ਟੈਸਟ ਜੋ ਹੋਏਗਾ ਉਹ OMR ਬੇਸਡ ਹੋਏਗਾ। MCQs ਹੋਣਗੇ, ਇਹਦੇ ਵਿੱਚ 100 ਕੁਐਸਚਨਸ ਕੈਰੀ ਕਰਨਗੇ ਜੋ ਕਿ ਇੱਕ ਨੰਬਰ ਦਾ ਹੋਵੇਗਾ। ਇੱਥੇ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਅਤੇ ਇੰਗਲਿਸ਼ ਦੋਨਾਂ ਲੈਂਗੁਏਜ ਦੇ ਵਿੱਚ ਕੁਐਸਚਨਸ ਆਉਣਗੇ ਤੁਹਾਨੂੰ। ਦੀ ਸਿਲੇਬਸ ਐਂਡ ਨੰਬਰ ਆਫ ਕੁਐਸਚਨਸ ਫਰੋਮ ਵੈਰੀਅਸ ਟੋਪਿਕਸ ਇਜ਼ ਐਜ਼ ਫੋਲੋਜ਼। ਸੋ ਇੱਥੇ ਇਹਨਾਂ ਨੇ ਸਿਲੇਬਸ ਵੀ ਡਿਕਲੇਅਰ ਕਰ ਦਿੱਤਾ ਹੈ। ਜੋ ਜਨਰਲ ਅਵੇਅਰਨੈਸ ਹੈ ਉਹਦੇ ਤੁਹਾਨੂੰ 35 ਕੁਐਸਚਨਸ ਆਉਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਕੁਆਂਟੀਟਿਵ ਐਪੀਟਿਊਡ ਐਂਡ ਨੂਮੈਰੀਕਲ ਸਕਿੱਲਸ ਦੇ 20 ਕੁਐਸਚਨਸ ਆਉਣਗੇ। ਮੈਂਟਲ ਐਬਿਲਿਟੀ ਐਂਡ ਲੌਜੀਕਲ ਰੀਜ਼ਨਿੰਗ ਦੇ ਵੀ 20 ਆਉਣਗੇ। ਲੈਂਗੁਏਜ ਸਕਿੱਲਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹਦੇ 10 ਆਉਣਗੇ। ਪੰਜਾਬੀ ਲੈਂਗੁਏਜ ਦੇ ਵੀ 10 ਆਉਣਗੇ। ਐਂਡ ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ ਦੇ 5 ਕੁਐਸਚਨਸ ਹੋਣਗੇ। ਸੋ ਇੱਕ ਵਾਰੀ ਧਿਆਨ ਨਾਲ ਦੇਖ ਲਓ ਇਹਨੂੰ। ਮੈਂ ਬੈਕ ਲੈ ਕੇ ਜਾਂਦਾ ਫਿਰ ਤੋਂ, ਤਾਂ ਜੋ ਤੁਸੀਂ ਦੇਖ ਸਕੋ ਕਿ ਕੀ ਸਿਲੇਬਸ ਵਿੱਚ ਹੋਏਗਾ। ਹਾਂਜੀ, ਇੱਕ ਵਾਰੀ ਧਿਆਨ ਮਾਰ ਲਓ।
ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਬੁੱਕਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਕਿਹਨਾਂ ਬੁੱਕਸ ਤੋਂ ਪੜ੍ਹਿਆ ਜਾ ਸਕਦਾ ਹੈ। ਬਾਕੀ ਤੁਸੀਂ ਉਹਨਾਂ ਦੇ ਨਿਊਜ਼ਪੇਪਰ ਬਿਲਕੁਲ ਨਹੀਂ ਛੱਡਣਾ। ਅਰਿਹਾਂਤ ਦੀਆਂ ਬੁੱਕਸ ਹੁੰਦੀਆਂ ਆ, ਉਹ ਪੜ੍ਹੋ। ਦੈਨ ਪ੍ਰਤੀਯੋਗਿਤਾ ਕਿਰਨ ਜਾਂ ਦਰਪਣ ਵਾਲੇ ਮੈਗਜ਼ੀਨ ਹੁੰਦੇ ਆ, ਉਹਨਾਂ 'ਤੇ ਤਿਆਰੀ ਕਰਨੀ ਸ਼ੁਰੂ ਕਰੋ। ਮੈਂ 1-2 ਦਿਨ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਬੁੱਕਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਠੀਕ ਹੈ ਜੀ। ਇਹ ਟੈਸਟ ਜੋ ਹੋਏਗਾ ਤੁਹਾਡਾ 2 ਘੰਟੇ ਦਾ ਹੋਵੇਗਾ। 100 ਕੁਐਸਚਨਸ ਹੋਣਗੇ ਅਤੇ ਮੈਕਸੀਮਮ ਮਾਰਕਸ ਵੀ 100 ਹੋਣਗੇ। ਮੰਨ ਲਓ ਕਿ ਇੱਕ ਕੁਐਸਚਨ 1 ਨੰਬਰ ਕੈਰੀ ਕਰੇਗਾ। ਸੋ ਈਚ ਕੈਂਡੀਡੇਟ ਸ਼ੈਲ ਬੀ ਇਸ਼ੂਡ ਐਨ ਐਡਮਿਟ ਕਾਰਡ ਇੰਡੀਕੇਟਡ ਦੀ ਸਪੈਸੀਫਿਕ ਡੇਟ ਟਾਈਮ ਐਂਡ ਵੈਨਿਊ। ਇਹ ਦੇਖੋ, ਇਹ ਦੱਸ ਦਿੱਤਾ ਗਿਆ ਇੱਥੇ। ਠੀਕ ਹੈ ਜੀ, ਸੌਰੀ, ਮਾਫੀ ਚਾਹੁੰਦਾ ਹਾਂ। ਸੋ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਨਹੀਂ ਹੋਏਗੀ। ਸਬ ਇੰਸਪੈਕਟਰ ਦੇ ਪੇਪਰ ਵਿੱਚ ਹੈ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਦੇयर ਸ਼ੈਲ ਬੀ ਨੋ ਨੈਗੇਟਿਵ ਮਾਰਕਿੰਗ ਫॉर ਇਨਕਰੈਕਟ ਆਂਸਰ। ਠੀਕ ਹੈ ਜੀ। ਐਗਜ਼ਾਮਸ ਦੇ ਜੋ ਮੈਰਿਟ ਬਣਾਉਣੀ ਹੈ ਉਹ ਉਹਨਾਂ ਨੇ ਮੀਨ ਮੀਡੀਅਨ ਐਵਰੇਜ ਦਾ ਜੋ ਫਾਰਮੂਲਾ ਹੈ ਉਹ ਲਗਾ ਕੇ ਕੱਢੀ ਜਾਏਗੀ। ਠੀਕ ਹੈ ਜੀ। ਮਿਨੀਮਮ ਮਾਰਕਸ ਜੋ ਹੋਣਗੇ, ਜੋ ਕਿ ਆਪਣੇ ਸ਼ੈਡਿਊਲ ਕਾਸਟ ਅਤੇ ਬੈਕਵਰਡ ਕਲਾਸ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਹੋਏਗਾ, ਉਹਨਾਂ ਨੂੰ ਘੱਟੋ ਘੱਟ ਕੁਆਲੀਫਾਈ ਕਰਨ ਲਈ, ਪਾਸ ਆਊਟ ਨਹੀਂ ਆਪਾਂ ਸਮਝ ਸਕਦੇ, ਘੱਟੋ ਘੱਟ 25% ਮਾਰਕਸ ਹੋਣੇ ਚਾਹੀਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਆਨਸਰ ਕੀ ਅਤੇ ਅਪਲੋਡ ਕਰ ਦਿੱਤੀ ਜਾਵੇਗੀ। ਇਹ ਲਿਖਿਆ ਗਿਆ ਕਿ 48 ਆਵਰਸ ਦਿੱਤੇ ਜਾਣਗੇ ਤੁਹਾਨੂੰ ਆਪਣੀਆਂ ਓਬਜੈਕਸ਼ਨਸ ਦੇਣ ਲਈ ਆਨਸਰ ਕੀ ਅਪਲੋਡ ਹੋਣ ਤੋਂ ਬਾਅਦ। ਠੀਕ ਹੈ ਜੀ। ਇਹਦੇ ਰਿਗਾਰਡਿੰਗ ਇਹਨਾਂ ਨੇ ਇੱਕ ਫੀਸ ਵੀ ਰੱਖੀ ਹੋਈ ਆ, ਜੋ ਕੁਛ ਜ਼ਿਆਦਾ ਨਹੀਂ ਗੀ। ਹਾਂਜੀ, 50 ਰੁਪਏ ਦੀ ਫੀਸ ਰੱਖੀ ਗਈ ਆ। ਉਹ ਤੁਹਾਨੂੰ ਰਿਫੰਡੇਬਲ ਹੋਏਗੀ ਜੇਕਰ ਤੁਹਾਡੀ ਓਬਜੈਕਸ਼ਨ ਸਹੀ ਪਾਈ ਗਈ ਤਾਂ। ਠੀਕ ਹੈ ਜੀ। ਕੈਂਡੀਡੇਟਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਟਾਈਮਲੀ ਚੈੱਕ ਕਰਦੇ ਰਹਿਣ ਵੈਬਸਾਈਟ, ਕਿਉਂਕਿ ਕਿਸੇ ਨੂੰ ਵੀ ਪਰਸਨਲੀ ਮੈਸੇਜ ਜਾਂ ਵਿਜ਼ਿਟ ਨਹੀਂ ਕੀਤਾ ਜਾਵੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਡਾਕੂਮੈਂਟਸ ਸਕਰੂਟਨੀ ਹੋਏਗੀ, ਤੁਹਾਡੇ ਡਾਕੂਮੈਂਟਸ ਚੈੱਕ ਹੋਣਗੇ। ਸ਼ਡਿਊਲ ਫॉर ਸਟੇਜ 2 ਟੈਸਟ, ਇਹਦੇ ਵਿੱਚ ਆ ਡਾਕੂਮੈਂਟ ਸਕਰੂਟਨੀ ਆ ਗਈ ਜੀ। ਤੁਹਾਡੇ ਡਾਕੂਮੈਂਟਸ ਚੈੱਕ ਕੀਤੇ ਜਾਣਗੇ। ਹਾਂਜੀ, ਡਾਕੂਮੈਂਟਸ ਚਾਹੀਦੇ ਕੀ ਕੀ ਆ ਜੀ? ਦੇਖੋ, ਮੈਟ੍ਰਿਕੂਲੇਸ਼ਨ ਸਰਟੀਫਿਕੇਟ, ਪ੍ਰੂਫ ਆਫ ਏਜ ਜਿਹਦੇ ਤੁਹਾਡੀ ਡੇਟ ਆਫ ਬਰਥ ਮੈਂਸ਼ਨ ਕੀਤੀ ਗਈ ਹੋਵੇ, 10ਵੀਂ ਦਾ ਸਰਟੀਫਿਕੇਟ। ਦੈਨ +2 ਦਾ ਸਰਟੀਫਿਕੇਟ ਚਾਹੀਦਾ ਜੀ ਆਪਾਂ ਨੂੰ। ਠੀਕ ਹੈ ਜੀ। ਇੱਕ ਪ੍ਰੂਫ ਆਫ ਹੈਵਿੰਗ ਪਾਸਡ ਪੰਜਾਬੀ ਐਟ ਮੈਟ੍ਰਿਕ ਲੈਵਲ, ਇਹ ਆਪਣਾ ਜੋ 10th ਦਾ ਸਰਟੀਫਿਕੇਟ ਆ ਉਹ ਹੀ ਚੱਲ ਜਾਏਗਾ। ਠੀਕ ਹੈ ਜੀ। ਜੇ ਰਿਜ਼ਰਵਡ ਕੈਟੇਗਰੀ ਵਾਸਤੇ ਜੋ ਕੰਪੀਟੈਂਟ ਅਥਾਰਟੀ ਤੋਂ ਸਰਟੀਫਿਕੇਟ ਬਣਿਆ ਹੋਵੇਗਾ ਉਹ ਚਾਹੀਦਾ ਜੀ। ਇੱਕ NOC ਚਾਹੀਦੀ ਹੈ ਜੀ ਆਪਾਂ ਨੂੰ ਹੈੱਡ ਆਫ ਡਿਪਾਰਟਮੈਂਟ ਤੋਂ, ਜੇਕਰ ਆਪਾਂ ਕਿਸੇ ਹੋਰ ਡਿਪਾਰਟਮੈਂਟ ਵਿੱਚ ਜੋਬ ਕਰ ਰਹੇ ਹਾਂ। ਜਿਹੜੇ ਕੈਂਡੀਡੇਟ ਜੋ NOC ਆ ਉਹ ਉਹਨਾਂ ਨੂੰ ਟਾਈਮਲੀ ਮਿਲ ਨਹੀਂ ਸਕਦੀ, ਉਹਨਾਂ ਵੱਲੋਂ ਇੱਕ ਸੈਲਫ ਡਿਕਲੇਰੇਸ਼ਨ ਦਿੱਤੀ ਜਾਵੇਗੀ ਕਿ ਮੈਂ ਡਾਕੂਮੈਂਟਸ ਦੇ ਚੈਕਿੰਗ ਵੇਲੇ ਜੋ ਆਪਣੀ NOC ਆ ਉਹਨੂੰ ਪੇਸ਼ ਕਰਨ ਦਾ ਜ਼ਿੰਮੇਵਾਰ ਹੋਵਾਂਗਾ। ਸੋ ਫਿਜ਼ੀਕਲ ਮੈਜਰਮੈਂਟ ਟੈਸਟ ਹੋਣਗੇ ਜੀ। ਸਕਰੀਨਿੰਗ ਟੈਸਟ ਹੋਏਗੀ ਜਿਸ ਦੇ ਵਿੱਚ ਮੇਲ ਕੈਂਡੀਡੇਟਸ ਦੇ ਲਈ 1600 ਮੀਟਰ ਦੀ ਰੇਸ 6.5 ਮਿੰਟ ਵਿੱਚ, 3.80 ਮੀਟਰ ਦਾ ਲੌਂਗ ਜੰਪ ਅਤੇ ਹਾਈ ਜੰਪ 1.10 ਮੀਟਰ ਦਾ ਹੋਵੇਗਾ। ਸੋ ਐਕਸ ਸਰਵਿਸਮੈਨ ਵਾਸਤੇ ਜਸਟ ਵਾਕਿੰਗ ਹੈ ਜਾਂ 1400 ਮੀਟਰ ਰਨਿੰਗ ਹੈ 9 ਮਿੰਟ ਦੇ ਵਿੱਚ, ਅਤੇ 10 ਫੁੱਲ ਸਕੁਐਟਸ ਆ ਜੀ, ਬੈਠਕਾਂ ਹੋਣਗੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ 10। ਠੀਕ ਹੈ ਜੀ। ਫੀਮੇਲ ਕੈਂਡੀਡੇਟਸ ਵਾਸਤੇ 800 ਮੀਟਰ ਦੀ ਰੇਸ 4 ਮਿੰਟ 30 ਸੈਕਿੰਡ ਵਿੱਚ ਪੂਰੀ ਕਰਨੀ ਪਵੇਗੀ, 3 ਮੀਟਰ ਦਾ ਲੌਂਗ ਜੰਪ ਅਤੇ ਹਾਈ ਜੰਪ 0.95 ਮੀਟਰ ਦਾ ਹੋਏਗਾ। ਐਕਸ ਸਰਵਿਸਮੈਨ ਫੀਮੇਲ ਕੈਂਡੀਡੇਟ ਵਾਸਤੇ 800 ਮੀਟਰ ਰਨ ਹੋਏਗੀ 5 ਮਿੰਟ ਦੇ ਵਿੱਚ। ਠੀਕ ਹੈ ਜੀ। ਇਹ ਸਾਰੇ ਟੈਸਟ ਤੁਹਾਨੂੰ ਪਾਸ ਕਰਨੇ ਬਹੁਤ ਜ਼ਰੂਰੀ ਹੋਣਗੇ। ਜੇਕਰ ਕਿਸੇ ਨੇ ਅਪੀਲ ਕਰਨੀ ਆ ਆਪਣੇ ਫਿਜ਼ੀਕਲ ਮੈਜਰਮੈਂਟ ਟੈਸਟ ਵਾਸਤੇ ਤਾਂ ਉਹ ਵੀ ਕੀਤੀ ਜਾ ਸਕਦੀ ਆ, ਬਟ ਜੋ ਬੋਰਡ ਹੋਏਗਾ ਉਹਦਾ ਫੈਸਲਾ ਅੰਤਿਮ ਹੋਵੇਗਾ। ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ ਡਿਸਟ੍ਰਿਕਟ ਪੁਲਿਸ ਅਤੇ ਆਰਮਡ ਪੁਲਿਸ ਦੀ ਸੈਪਰੇਟਲੀ। ਠੀਕ ਹੈ ਜੀ। ਜਿਹਦੇ ਵਿੱਚ ਕੈਟੇਗਰੀਜ਼ ਵਾਸਤੇ ਵੀ ਇੱਕ ਲਿਸਟ ਜਾਰੀ ਕੀਤੀ ਜਾਵੇਗੀ। ਠੀਕ ਹੈ ਜੀ। ਤੁਹਾਨੂੰ ਆਪਣੇ ਜੋ ਪ੍ਰੈਫਰੈਂਸ ਆ ਉਹ ਦੇਣੀਆਂ ਬਹੁਤ ਜ਼ਰੂਰੀ ਹਨ। ਜੋ ਰਿਜ਼ਲਟ ਹੋਏਗਾ ਉਹ ਸੇਮ ਲਾਈਕ ਪੰਜਾਬ ਪੁਲਿਸ ਦੀ ਵੈਬਸਾਈਟ 'ਤੇ
ਅਨਾਉਂਸ ਕੀਤਾ ਜਾਵੇਗਾ। ਉਸ ਤੋਂ ਬਾਅਦ ਮੈਡੀਕਲ ਐਗਜ਼ਾਮੀਨੇਸ਼ਨਸ ਹੋਣਗੇ। ਤੁਹਾਡੀ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਡਾ ਸਾਰਾ ਜੋ ਜਿਸ ਵੀ ਡਿਸਟ੍ਰਿਕਟ ਵੱਲੋਂ ਤੁਸੀਂ ਅਪਲਾਈ ਕੀਤਾ ਹੋਏਗਾ, ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹੈ ਕਿ ਡਿਸਟ੍ਰਿਕਟਸ ਵਾਈਜ਼ ਵੀ ਕੈਟੇਗਰੀ ਜੋ ਆਪਣੀਆਂ ਪੋਸਟਾਂ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਅਤੇ ਤੁਸੀਂ 6 ਡਿਸਟ੍ਰਿਕਟ ਦੀ ਪ੍ਰੈਫਰੈਂਸ ਦੇਣੀ ਹੈ ਵੀ ਅਸੀਂ ਕਿਸ ਡਿਸਟ੍ਰਿਕਟ ਵਾਸਤੇ ਅਪਲਾਈ ਕਰ ਰਹੇ ਹਾਂ, ਜੇਕਰ ਤੁਸੀਂ ਜ਼ਿਲ੍ਹਾ ਪੁਲਿਸ ਵਿੱਚ ਜਾਣਾ ਹੈ ਤਾਂ। ਸੋ ਮੈਡੀਕਲ ਐਗਜ਼ਾਮੀਨੇਸ਼ਨਸ ਹੋਣਗੇ। ਉਸ ਤੋਂ ਬਾਅਦ ਜੋ ਕਰੈਕਟਰ ਐਂਡ ਐਂਟੀਸੀਡੈਂਟਸ ਵੈਰੀਫਿਕੇਸ਼ਨ ਹੁੰਦੀ ਆ, ਇਹ ਪੁਲਿਸ ਵੱਲੋਂ ਕੀਤੀ ਜਾਂਦੀ ਹੈ, ਅਤੇ ਇੱਕ CID ਵਿਭਾਗ ਵੱਲੋਂ ਕੀਤੀ ਜਾਂਦੀ ਹੈ ਕਿ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਚੱਲ ਰਿਹਾ, ਜਾਂ ਤੁਹਾਡੀ ਬੈਕਗਰਾਊਂਡ ਕਿੱਦਾਂ ਦਾ ਆ, ਤੁਹਾਡਾ ਪਿਛੋਕੜ ਕਿੱਦਾਂ ਦਾ ਆ। ਉਸ ਤੋਂ ਬਾਅਦ ਸਰਟੀਫਿਕੇਟਸ ਦੀ ਵੈਰੀਫਿਕੇਸ਼ਨ ਕੀਤੀ ਜਾਏਗੀ। ਸੋ ਉਸ ਤੋਂ ਬਾਅਦ ਜੁਆਇਨਿੰਗ ਅਤੇ ਪ੍ਰੋਵੇਸ਼ਨ ਪੀਰੀਅਡ ਹੁੰਦਾ 3 ਸਾਲ ਦਾ, ਜੁਆਇਨਿੰਗ ਤੋਂ ਬਾਅਦ ਦਿੱਤਾ ਜਾਏਗਾ ਤੁਹਾਨੂੰ। ਸੋ ਦੋਸਤੋ, ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ ਵਾਸਤੇ ਇਹ ਫੀਸ 400 ਰੁਪਇਆ ਹੋਏਗੀ, ਅਤੇ ਐਗਜ਼ਾਮੀਨੇਸ਼ਨ ਫੀਸ 600, ਟੋਟਲ 1000 ਰੁਪਇਆ। ਐਕਸ ਸਰਵਿਸਮੈਨ ਵਾਸਤੇ 400 ਰੁਪਇਆ ਫੀਸ ਹੋਏਗੀ ਸਿਰਫ। ਸੋ ਜੋ ਰਿਜ਼ਰਵ ਕੈਟੇਗਰੀਜ਼ ਨੇ ਉਹਨਾਂ ਵਾਸਤੇ 400 ਰੁਪਏ ਐਪਲੀਕੇਸ਼ਨ ਫੀਸ ਅਤੇ ਐਗਜ਼ਾਮੀਨੇਸ਼ਨ ਫੀਸ 150, ਕੁੱਲ ਮਿਲਾ ਕੇ 550। ਅਤੇ ਸੇਮ ਲਾਈਕ ਜੋ ਕਮਜ਼ੋਰ ਵਰਗ ਨੇ ਇਕਨੋਮਿਕਲੀ, ਉਹਨਾਂ ਵਾਸਤੇ ਵੀ 550 ਫੀਸ ਹੋਵੇਗੀ। ਸੋ ਮੋਡ ਆਫ ਪੇਮੈਂਟ ਜੋ ਹੈ ਉਹ ਔਨਲਾਈਨ ਹੀ ਹੈ, ਆਫਲਾਈਨ ਫੀਸ ਨਹੀਂ ਪੇ ਕਰਨੀ ਕਿਸੇ ਨੂੰ ਵੀ ਤੁਸੀਂ। ਸੋ ਅੱਗੇ ਦੱਸਦੇ ਹਾਂ ਕਿ ਪ੍ਰੋਸੀਜਰ ਕੀ ਹੈ। ਦੇयर ਸ਼ੈਲ ਬੀ ਏ ਕਾਮਨ ਐਪਲੀਕੇਸ਼ਨ ਫਾਰਮ ਫॉर ਰਿਕਰੂਟਮੈਂਟ ਟੂ ਦੀ ਪੋਸਟ ਆਫ ਕਾਂਸਟੇਬਲ ਇਨ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਕੈਡਰ। ਠੀਕ ਹੈ ਜੀ, ਇੱਕ ਕਾਮਨ ਐਪਲੀਕੇਸ਼ਨ ਫਾਰਮ ਹੋਏਗਾ ਜਿਹਦੇ ਵਿੱਚ ਤੁਹਾਨੂੰ ਪ੍ਰੈਫਰੈਂਸ ਦੇਣੀ ਪਏਗੀ ਕਿ ਤੁਸੀਂ ਡਿਸਟ੍ਰਿਕਟ ਵਾਸਤੇ ਅਪਲਾਈ ਕਰ ਰਹੇ ਹੋ ਜਾਂ ਆਰਮਡ ਪੁਲਿਸ ਕੈਡਰ ਵਾਸਤੇ। ਠੀਕ ਹੈ ਜੀ, ਜੋ ਐਪਲੀਕੇਸ਼ਨਸ ਔਨਲਾਈਨ ਸਬਮਿਟਡ ਹੋਣਗੀਆਂ ਸਿਰਫ ਉਹ ਹੀ ਮੰਨਣਯੋਗ ਹੋਣਗੀਆਂ। ਠੀਕ ਹੈ ਜੀ, ਕੈਂਡੀਡੇਟਸ ਡਿਜ਼ਾਇਰਸ ਫॉर ਅਪਲਾਈing ਫॉर ਪੋਸਟ ਇਨ ਬੋਥ ਦਾ ਕੇਡਰਸ shall be required to indicate their choice of cadres in order of preference in application form। ਜੇਕਰ ਤੁਸੀਂ ਦੋਨਾਂ ਕੇਡਰਾਂ ਵਾਸਤੇ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਪ੍ਰੈਫਰੈਂਸ ਦੇਣੀ ਪਵੇਗੀ ਕਿ ਮੇਰੀ ਫਸਟ ਪ੍ਰੈਫਰੈਂਸ ਕੀ ਹੋਵੇਗੀ। ਠੀਕ ਹੈ ਜੀ, ਸੋ ਇੱਥੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਪ੍ਰੈਫਰੈਂਸ ਕਿਸੇ ਵੀ ਹਾਲਾਤ ਵਿੱਚ ਉਸ ਤੋਂ ਬਾਅਦ ਚੇਂਜ ਨਹੀਂ ਕੀਤੀ ਜਾ ਸਕਦੀ। ਕੈਂਡੀਡੇਟ ਸ਼ੈਲ ਬੀ ਕੰਸੀਡਰਡ ਫॉर ਦੀ ਪੋਸਟ ਇਨ ਕੇਡਰਸ ਫॉर ਵਿਚ she or he has given her preference। ਠੀਕ ਹੈ ਜੀ, ਸੌਰੀ ਮੈਂ ਤੁਹਾਨੂੰ 6 ਡਿਸਟ੍ਰਿਕਟ ਕਿਹਾ ਸੀ, ਸੋ ਇਹਨਾਂ ਨੇ ਲਿਖ ਦਿੱਤਾ ਵੀ ਦੀ ਕੈਂਡੀਡੇਟਸ ਅਪਲਾਈing ਫॉर ਦੀ ਡਿਸਟ੍ਰਿਕਟ ਪੁਲਿਸ ਕੇਡਰ ਸ਼ੈਲ ਇਨ ਐਡੀਸ਼ਨ ਬੀ ਰਿਕੁਆਇਰਡ ਟੂ ਫਿਲ ਇਨ 15 ਡਿਸਟ੍ਰਿਕਟ ਪ੍ਰੈਫਰੈਂਸ। ਠੀਕ ਹੈ ਜੀ, ਉਹ ਜੋ ਐਲੋਕੇਟ ਹੋਏਗਾ ਉਹ ਫਾਈਨਲ ਸਿਲੈਕਸ਼ਨ ਟਾਈਮ ਹੋਏਗਾ ਵੀ ਤੁਹਾਨੂੰ ਕਿਹੜਾ ਜ਼ਿਲ੍ਹਾ ਮਿਲ ਰਿਹਾ ਹੈ। The applicants are advised to fill all details including their correct and active email address and mobile number in the online application। ਇਹ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ ਤੁਹਾਨੂੰ OTP ਜੋ ਹੋਇਆ ਹਨ ਉਹ ਇਸੇ 'ਤੇ ਹੀ ਆਉਣਗੇ। ਠੀਕ ਹੈ ਜੀ, ਫੀਸ ਰਿਗਾਰਡਿੰਗ ਜਾਂ ਜੋ ਵੀ ਹੋਏਗਾ ਕਿ ਕਿਸੇ ਨੂੰ ਪਰਸਨਲੀ ਨਹੀਂ ਮੈਸੇਜ ਨਹੀਂ ਕੀਤਾ ਜਾਵੇਗਾ। ਸੋ ਐਪਲੀਕੇਸ਼ਨ ਫਾਰਮ ਭਰਨ ਦੇ ਲਈ ਜ਼ਰੂਰੀ ਕੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ, ਪਰਸਨਲ ਡਿਟੇਲਸ, ਤੁਹਾਡਾ ਨਾਮ, ਫਾਦਰ ਨੇਮ, ਡੇਟ ਆਫ ਬਰਥ ਐਕਸੈਕਟਰਾ ਐਕਸੈਕਟਰਾ, ਇੱਕ ਵੈਲਿਡ ਐਂਡ ਐਕਟਿਵ ਈਮੇਲ ID ਚਾਹੀਦੀ ਆ ਜੀ, ਇੱਕ ਮੋਬਾਈਲ ਨੰਬਰ ਚਾਹੀਦਾ ਆ, ਐਨੀ ਵਨ ID ਪ੍ਰੂਫ, ਪਾਸਪੋਰਟ ਹੋ ਸਕਦਾ ਤੁਹਾਡਾ, ਵੋਟਰ ID ਕਾਰਡ ਹੋ ਸਕਦਾ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਹੋ ਸਕਦਾ, ਮੈਟ੍ਰਿਕ ਦਾ ਸਰਟੀਫਿਕੇਟ ਪ੍ਰੂਫ ਆਫ ਏਜ ਦੇ ਤੌਰ 'ਤੇ, ਦੈਨ ਤੁਹਾਡੇ ਐਜੂਕੇਸ਼ਨ ਨਾਲ ਰਿਲੇਟਡ ਸਰਟੀਫਿਕੇਟਸ, ਅਤੇ ਇੱਕ ਤੁਹਾਡਾ ਰਿਜ਼ਰਵੇਸ਼ਨ ਦਾ ਸਰਟੀਫਿਕੇਟ। ਠੀਕ ਹੈ ਜੀ, ਔਨਲਾਈਨ ਪੇਮੈਂਟ ਫੈਸਿਲਿਟੀ ਦੇ ਲਈ ਤੁਹਾਡੇ ਕੋਲ ਇੰਟਰਨੈਟ ਬੈਂਕਿੰਗ, ਡੈਬਿਟ ਜਾਂ ਕ੍ਰੈਡਿਟ ਕਾਰਡ ਐਕਸੈਕਟਰਾ ਹੋਣਾ ਚਾਹੀਦਾ ਆ। ਠੀਕ ਹੈ ਜੀ, ਫੋਟੋਗ੍ਰਾਫਸ ਅਪਲੋਡ ਕਰਨ ਦੇ ਲਈ ਇੱਕ ਵਾਈਟ ਬੈਕਗਰਾਊਂਡ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਜੀ, ਦੈਨ ਸਕੈਨਡ ਸਿਗਨੇਚਰ ਹੋਣੇ ਚਾਹੀਦੇ ਆ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਆ। ਕੈਂਡੀਡੇਟ ਇਜ਼ ਰਿਕੁਆਇਰਡ ਟੂ ਡਿਕਲੇਅਰ ਹਰ ਹਿਜ਼ ਹੋਮ ਡਿਸਟ੍ਰਿਕਟ। ਤੁਹਾਨੂੰ ਆਪਣਾ ਫਾਰਮ ਭਰਨ ਲੱਗਿਆ ਹੋਮ ਡਿਸਟ੍ਰਿਕਟ ਜ਼ਰੂਰ ਦੱਸਣਾ ਪਏਗਾ ਕਿ ਤੁਸੀਂ ਕਿਹੜੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੋ, ਅਤੇ ਤੁਹਾਨੂੰ ਐਡਵਾਈਸ ਕੀਤੀ ਜਾਂਦੀ ਹੈ ਕਿ ਤੁਸੀਂ ਇਹਦੀਆਂ ਪ੍ਰਿੰਟਡ ਹਾਰਡ ਕਾਪੀਜ਼ ਜ਼ਰੂਰ ਲੈ ਲੈਣੀਆਂ ਹਨ। ਠੀਕ ਹੈ ਜੀ, ਆ ਦੇਖੋ ਇੱਥੇ ਲਿਖਿਆ ਹੈ ਕੈਂਡੀਡੇਟਸ ਆਲਰੇਡੀ ਇੰਪਲੋਇਡ ਵਿਦ ਦੀ ਗਵਰਨਮੈਂਟ ਅਪਲਾਈing ਫॉर ਦਿਸ ਰਿਕਰੂਟਮੈਂਟ ਵਿਲ ਬੀ ਰਿਕੁਆਇਰਡ ਟੂ ਗੈਟ ਏ ਨੋ ਓਬਜੈਕਸ਼ਨ ਸਰਟੀਫਿਕੇਟ। ਠੀਕ ਹੈ ਜੀ, ਉਹਨਾਂ ਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਪਵੇਗਾ। ਹਾਂਜੀ, ਅਤੇ ਜੇਕਰ ਕੋਈ ਵਿਅਕਤੀ ਜੋ ਕਿ ਕਿਸੇ ਹੋਰ ਡਿਪਾਰਟਮੈਂਟ ਵਿੱਚ ਜੋਬ ਕਰਦਾ, NOC ਲੈਣ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ, ਉਹਨੂੰ ਕਹਿੰਦਾ ਵਾ ਵੀ ਉਹਨੂੰ ਟਾਈਮਲੀ NOC ਨਹੀਂ ਮਿਲਦੀ, ਤਾਂ ਉਹਦੇ ਵੱਲੋਂ ਇੱਕ ਸੈਲਫ ਡੈਕਲਾਰੇਸ਼ਨ ਅਪਲੋਡ ਕੀਤੀ ਜਾਊਗੀ ਜਿਹਦੇ ਵਿੱਚ ਕੀ ਲਿਖਿਆ ਹੋਣਾ ਚਾਹੀਦਾ ਆ
ਵੀ ਉਹ ਆਪਣੀ ਜੋ NOC ਆ ਇਹਦੀ ਓਰੀਜਨਲ ਫਾਰਮ ਡਾਕੂਮੈਂਟ ਵੈਰੀਫਿਕੇਸ਼ਨ ਦੇ ਟਾਈਮ 'ਤੇ ਸਬਮਿਟ ਕਰਨ ਦਾ ਜ਼ਿੰਮੇਵਾਰ ਹੋਵੇਗਾ। ਸੋ ਕਲੋਜ਼ਿੰਗ ਡੇਟ ਦੀ ਵੇਟ ਨਹੀਂ ਕਰਨੀ, ਕਿਉਂਕਿ ਲਾਸਟ ਰਸ਼ ਹੋਣ ਕਾਰਨ ਕਈ ਵਾਰ ਸਰਵਰ ਬਿਜ਼ੀ ਹੋ ਜਾਂਦੇ ਆ ਅਤੇ ਮੌਕਾ ਖੁੰਝ ਨਾ ਜਾਵੇ ਹੱਥੋਂ। 15 ਅਗਸਤ ਦੀ ਲਾਸਟ ਡੇਟ ਆ, ਠੀਕ ਹੈ ਜੀ। ਅਤੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਆ ਵੀ ਇਨ ਕੇਸ ਏ ਕੈਂਡੀਡੇਟ ਸਬਮਿਟਸ ਮੋਰ ਦੈਨ ਵਨ ਐਪਲੀਕੇਸ਼ਨ ਓਨਲੀ ਦੀ ਲੇਟੈਸਟ ਐਪਲੀਕੇਸ਼ਨ ਸਬਮਿਟਡ ਬਾਏ ਦੀ ਕੈਂਡੀਡੇਟ ਸ਼ੈਲ ਵੀ ਕੰਸੀਡਰਡ। ਜੋ ਤੁਹਾਡੀ ਲਾਸਟ ਐਪਲੀਕੇਸ਼ਨ ਹੋਏਗੀ ਉਹ ਹੀ ਮੰਨਣਯੋਗ ਹੋਵੇਗੀ। ਕੋਸ਼ਿਸ਼ ਕਰੋ ਕਿ ਇੱਕ ਤੋਂ ਵੱਧ ਫਾਰਮ ਨਾ ਭਰੇ ਜਾਣ। ਜੇਕਰ ਤੁਸੀਂ ਪ੍ਰੈਫਰੈਂਸ ਦੇਣੀ ਹੈ, ਤੁਸੀਂ ਇਹ ਸੋਚਦੇ ਹੋ ਕਿ PAP ਦੇ ਜ਼ਿਲ੍ਹੇ ਵਾਸਤੇ ਅਲੱਗ-ਅਲੱਗ ਭਰੀਏ, ਤਾਂ ਇੱਕ ਹੀ ਫਾਰਮ ਭਰਨਾ ਹੈ ਦੋਨਾਂ ਵਾਸਤੇ। ਉਹਦੇ ਵਿੱਚ ਪ੍ਰੈਫਰੈਂਸ ਦੇਣੀ ਆ ਕਿ ਸਾਡੀ ਫਸਟ ਪ੍ਰੈਫਰੈਂਸ ਡਿਸਟ੍ਰਿਕਟ ਹੈ ਜਾਂ PAP ਹੈ ਜਾਂ ਸੈਕਿੰਡ ਕੀ ਹੈ, ਠੀਕ ਹੈ ਜੀ। ਅੰਡਰਟੇਕਿੰਗਸ ਦਿੱਤੀਆਂ ਤੁਸੀਂ ਫਾਰਮ ਦੇ ਵਿੱਚ, ਅਤੇ ਉਹ ਬਹੁਤ ਧਿਆਨ ਨਾਲ ਰੀਡ ਕਰਕੇ ਫਿਰ ਹੀ ਅੰਡਰਟੇਕਿੰਗਸ ਦੇਣੀਆਂ ਆ, ਕਿਉਂਕਿ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਗਈ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਆ। ਜੋ ਲਾਸਟ ਡੇਟ ਹੈ ਇਹਦੀ 15 ਅਗਸਤ 2021 ਰਾਤ 11:55 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਕੋਸ਼ਿਸ਼ ਕਰੋ ਵੀ ਉਸ ਤੋਂ ਪਹਿਲਾਂ ਅਪਲਾਈ ਕੀਤੇ ਜਾਣ, ਤਾਂ ਜੋ ਲਾਸਟ ਟਾਈਮ ਵਾਲਾ ਜੋ ਰਸ਼ ਆ ਉਹ ਨਾ ਹੋਵੇ ਅਤੇ ਸਰਵਰ ਬਿਜ਼ੀ ਨਾ ਹੋਵੇ। ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਦਾ ਟੋਲ ਫਰੀ ਨੰਬਰ 180021025665 'ਤੇ ਤੁਸੀਂ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਕਾਲ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ, ਕਿਸੇ ਪ੍ਰੋਬਲਮ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੋ ਇੰਨੀ ਜਾਣਕਾਰੀ ਦੇ ਨਾਲ ਧੰਨਵਾਦ ਕਰਨਾ ਚਾਹਾਂਗਾ ਤੁਹਾਡਾ। ਆਸ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਚੈਨਲ ਦੇ ਨਾਲ ਜੁੜੇ ਰਹਿਣਾ। ਥੈਂਕ ਯੂ ਵੈਰੀ ਮੱਚ। ਸਾਡੇ ਚੈਨਲ ਨਾਲ ਜੁੜੇ ਰਹਿਣਾ। ਯਾਦ ਰੱਖਣਾ, StudyPlus 9 ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।